1986 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਕਿੰਨੀ ਵਾਰੀ ਬੇਅਦਬੀ ਹੋ ਚੁੱਕੀ ਹੈ ਤੇ ਕਿਸੇ ਵੀ ਕੇਸ ਦੇ ਵਿੱਚ ਇਨਸਾਫ ਕਿਉਂ ਨਹੀਂ ਮਿਲਿਆ। ਇਸ ਸਵਾਲ ਦਾ ਜਵਾਬ ਲੈਣ ਦੀ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਖਾਸ ਰਿਪੋਰਟ ਦੇ ਨਾਲ ਮੈਂ ਹਰਸ਼ਰਨ ਕੌਰ। ਕੱਲ ਮੋਰਿੰਡਾ ਦੇ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਬੇਅਦਬੀ ਦੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਸਵਾਲਾਂ ਦੀ ਝੜੀ ਲੱਗੀ ਪਈ ਹੈ। 1986 ਤੋਂ ਲੈ ਕੇ ਹੁਣ ਤੱਕ ਕਿੰਨੀ ਵਾਰੀ ਪੰਜਾਬ ਬੇਅਦਬੀ ਦੇ ਜ਼ਖਮਾਂ ਦੇ ਨਾਲ ਝੰਬਿਆ ਜਾ ਚੁੱਕਿਆ, ਪਰ ਕਿਸੇ ਵੀ ਕੇਸ ਵਿੱਚ ਮਿਸਾਲੀ ਤੱਕ ਹੀ ਮੁਕੰਮਲ ਸਜ਼ਾ ਵੀ ਨਹੀਂ ਮਿਲੀ। ਮਾਨਸਿਕ ਰੋਗੀਆਂ ਨੂੰ ਜਾਂ ਫਿਰ ਪਾਗਲਾਂ ਨੂੰ ਸਿਰਫ ਗੁਰੂ ਘਰ ਹੀ ਕਿਉਂ ਦਿਸਦੇ ਨੇ? ਆਪਣੇ ਘਰ ਜਾਂ ਖੇਤ ਬੰਨੇ ਜਾਂ ਫਿਰ ਆਪਣੇ ਕਾਰੋਬਾਰ ਕਿਉਂ ਨਹੀਂ ਉਹਨਾਂ ਨੂੰ ਦਿੰਦੇ? ਉੱਥੇ ਜਾ ਕੇ ਜੋ ਮਰਜ਼ੀ ਕਰਨ, ਆਪਣੇ ਪਰਿਵਾਰਕ ਮੈਂਬਰਾਂ ਦੇ ਕੋਲ ਜਾਣ। ਜੇ ਮਾਨਸਿਕ ਹਾਲਤ ਠੀਕ ਨਹੀਂ ਤਾਂ ਘਰਦਿਆਂ ਨੇ ਜੇ ਇਹਨਾਂ ਦਾ ਇਲਾਜ ਨਹੀਂ ਕਰਵਾਉਣਾ ਤਾਂ ਜਿਹੇ ਲੋਕਾਂ ਨੂੰ ਸੰਗਲਾਂ ਦੇ ਨਾਲ ਬੰਨ ਕੇ ਕਿਉਂ ਨਹੀਂ ਰੱਖਦੇ? ਅਹਿਮ ਸਵਾਲ ਹੈ ਕਿ 40 ਸਾਲਾਂ ਤੋਂ ਪੰਜਾਬ ਦੇ ਵਿੱਚ ਬੇਅਦਬੀਆਂ ਵਰਗੇ ਕੁਕਰਮ ਵਾਪਰ ਰਹੇ ਨੇ, ਪਰ ਹਾਲੇ ਤੱਕ ਇੱਕ ਵੀ ਕੇਸ ਵਿੱਚ ਕੋਈ ਮਿਸਾਲੀ ਸਜ਼ਾ ਆਖਿਰਕਾਰ ਕਿਉਂ ਨਹੀਂ ਹੋਈ? ਇਸ ਸਵਾਲ ਦਾ ਜਵਾਬ ਆਪਾਂ ਤੱਥਾਂ ਦੇ ਰਾਹੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬੇਅਦਬੀ ਇਹ ਭਾਵੇਂ 4 ਅੱਖਰਾਂ ਦਾ ਇੱਕ ਸ਼ਬਦ ਹੈ, ਪਰ ਸਿੱਖਾਂ ਦੇ ਲਈ ਇਸ ਦੇ ਕੀ ਮਾਇਨੇ ਨੇ ਬੱਚਾ ਮੂੰਹ ਜ਼ਬਾਨੀ ਤੁਹਾਨੂੰ ਦੱਸ ਸਕਦਾ ਹੈ, ਜੋ ਗੁਰੂ ਦੇ ਸਨਮਾਨ ਦੇ ਲਈ ਹਮੇਸ਼ਾ ਸਿਰ ਦੇਣ ਦੇ ਲਈ ਵੀ ਤਿਆਰ ਰਹਿੰਦਾ ਹੈ। ਤੇ ਬੇਅਦਬੀ ਨੂੰ ਸਿਰਫ ਕਿਸੇ ਧਰਮ ਗ੍ਰੰਥ ਉੱਤੇ ਹਮਲੇ ਜਾਂ ਫਿਰ ਉਸਦੇ ਨਿਰਾਧਾਰ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ, ਬਲਕਿ ਇਸ ਦੇ ਪਿੱਛੇ ਇੱਕ ਡੂੰਗੀ ਸਾਜ਼ਿਸ਼ ਕਹੀ ਜਾ ਸਕਦੀ ਹੈ। ਜੇ ਆਪਾਂ ਸਾਰੀਆਂ ਘਟਨਾਵਾਂ ਨੂੰ ਦੇਖੀਏ, ਇਸ ਨੂੰ ਪਰ ਕਦੇ ਵੀ ਬੇਨਕਾਬ ਨਹੀਂ ਕੀਤਾ ਗਿਆ। ਇਸ ਦਾ ਸਿੱਟਾ ਇਹ ਹੈ ਕਿ ਜਦੋਂ ਵੀ ਫਿਰਕੂ ਸਾਜ਼ਿਸ਼ ਰਚਣ ਦੀ ਲੋੜ ਹੁੰਦੀ ਹੈ ਤਾਂ ਬੇਅਦਬੀ ਨੂੰ ਹਥਿਆਰ ਬਣਾ ਲਿਆ ਜਾਂਦਾ ਹੈ। ਇਹ ਕੌਣ ਲੋਕ ਨੇ ਜੋ ਅਜਿਹੀਆਂ ਸਾਜ਼ਿਸ਼ਾਂ ਰਚ ਰਹੇ ਨੇ, ਤੇ ਉਹ ਲੋਕ ਵੀ ਕੌਣ ਨੇ ਜਿਹੜੇ ਸਾਜ਼ਿਸ਼ ਤੇ ਨੇਪਰੇ ਚੜਨ ਤੋਂ ਬਾਅਦ ਧਾਰਮਿਕ ਚੋਲਾ ਪਾ ਕੇ ਲੋਕਾਂ ਵਿੱਚ ਵਿਚਰਦੇ ਨੇ, ਇਨਸਾਫ ਦੀ ਮੰਗ ਹੇਠ ਆਪਣੇ ਆਪ ਨੂੰ ਚਮਕਾ ਕੇ ਫਿਰ ਗਾਇਬ ਹੋ ਜਾਂਦੇ ਨੇ। ਅਸੀਂ ਸਾਰੇ ਜਾਣਦੇ ਹਾਂ ਇਹਨਾਂ ਕਿਰਦਾਰਾਂ ਨੂੰ, ਜਿਨ੍ਹਾਂ ਦੀ ਵਜ੍ਹਾ ਕਰਕੇ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੀ ਪੰਜਾਬ ਦੀ ਧਰਤੀ ਨੂੰ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਨਾਲ ਰੋਜ਼ਾਨਾ ਆਪਣਾ ਕਾਲਜਾ ਚਿਰਾਉਣਾ ਪੈਂਦਾ ਹੈ। ਮੋਰਿੰਡਾ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰੀ ਤਾਜ਼ਾ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ਖਸ ਕੌਣ ਹੈ? ਸਿੱਖੀ ਸਰੂਪ ਦੇ ਵਿੱਚ ਆਏ ਇਸ ਮੁਲਜ਼ਮ ਨੇ ਕਿਉਂ ਉਸ ਗੁਰੂ ਦੀ ਬੇਅਦਬੀ ਕੀਤੀ ਜਿਸ ਦੇ ਸਾਹਮਣੇ ਪਤਾ ਨਹੀਂ ਇਹਨੇ ਖੁਦ ਕਿੰਨੀ ਕੁ ਵਾਰੀ ਸੀਸ ਝੁਕਾਇਆ ਹੋਵੇਗਾ, ਸਿਰ ਝੁਕਾਇਆ ਹੋਵੇਗਾ। ਪੁਲਿਸ ਨੇ ਇਸ ਮੁਲਜ਼ਮ ਨੂੰ ਫੜ ਤਾਂ ਲਿਆ, ਪਰ ਕੀ ਬੇਅਦਬੀ ਦੇ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ? ਲੋਕਾਂ ਦਾ ਵਿਸ਼ਵਾਸ ਕਿਉਂ ਪੁਲਿਸ ਤੇ ਨਹੀਂ ਬਣ ਪਾ ਰਿਹਾ? ਕਿਉਂ ਮੋਰਿੰਡਾ ਦੇ ਵਿੱਚ ਬਿਨਾਂ ਕਿਸੇ ਦਬਾਅ ਦੇ ਸ਼ਹਿਰ ਦੇ ਲੋਕਾਂ ਨੇ ਬੇਅਦਬੀ ਦੀ ਘਟਨਾ ਖਿਲਾਫ ਦੁਕਾਨਾਂ ਬੰਦ ਕਰਕੇ ਇਨਸਾਫ ਦੀ ਮੰਗ ਕੀਤੀ ਹੈ? ਕਿਉਂ ਇੱਥੇ ਸਿੱਖ ਸੰਗਤ ਕਹਿ ਰਹੀ ਹੈ ਕਿ ਮੁਲਜ਼ਮ ਸਾਡੇ ਹਵਾਲੇ ਕਰੋ, ਅਸੀਂ ਇਨਸਾਫ ਕਰ ਲਵਾਂਗੇ, ਪੁਲਿਸ ਤੇ ਭਰੋਸਾ ਨਹੀਂ ਹੈ? ਲੋਕਾਂ ਨੂੰ ਕਿਉਂ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਯਕੀਨ ਹੋ ਰਿਹਾ ਜਦੋਂ ਕਹਿੰਦੇ ਨੇ ਕਿ ਗੁਰੂ ਦਾ ਸਤਿਕਾਰ ਸਾਡੇ ਲਈ ਸਭ ਤੋਂ ਉੱਚਾ ਹੈ, ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦੇਵਾਂਗੇ? ਦਰਅਸਲ ਸਰਕਾਰਾਂ ਦੀ ਇੱਛਾ ਸ਼ਕਤੀ ਕਹਿ ਲੋ ਜਾਂ ਫਿਰ ਸਿਆਸੀ ਖਿੱਚੋਤਾਣ, ਬੇਅਦਬੀ ਦੇ ਲਈ ਜਿੰਨੇ ਦੋਸ਼ੀ ਉਹ ਲੋਕ ਨੇ ਜਿਹੜੇ ਇਹ ਜੁਰਮ ਕਰਨ ਦੀ ਜੁਰਤ ਕਰਦੇ ਨੇ, ਤੇ ਉਨੇ ਹੀ ਦੋਸ਼ੀ ਉਹ ਵੀ ਲੋਕ ਨੇ ਜਿਨ੍ਹਾਂ ਨੇ ਹੁਣ ਤੱਕ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਨੂੰ ਪਾਸ ਨਹੀਂ ਕੀਤਾ ਅਤੇ ਦੋਸ਼ੀਆਂ ਨੂੰ ਜਾਣਦੇ ਹੋਏ ਵੀ ਉਹਨਾਂ ਨੂੰ ਅੱਜ ਤੱਕ ਸਾਬਿਤ ਹੀ ਨਹੀਂ ਕੀਤਾ। ਜਦਕਿ ਬੇਅਦਬੀ ਦਾ ਮਸਲਾ ਇੰਨਾ ਕੁ ਨਾਜ਼ੁਕ ਹੈ ਜਿਹੜਾ ਚੰਗੇ ਭਲੇ ਸ਼ਾਂਤ ਮਾਹੌਲ ਦੇ ਵਿੱਚ ਪੱਥਰ ਸੁੱਟ ਦਿੰਦਾ ਹੈ, ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਪਿਛਲੇ 5 ਸਾਲਾਂ ਤੋਂ ਪੰਜਾਬ ਵੱਲੋਂ ਭੇਜੇ ਗਏ ਸਖਤ ਕਾਨੂੰਨ ਤੇ ਖਾਮੋਸ਼ ਹੈ। 2015 ਦੇ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਦਾ ਹਾਲੇ ਤੱਕ ਇਨਸਾਫ ਨਹੀਂ ਮਿਲਿਆ। 2 ਚੋਣਾਂ ਇਸੇ ਦੇ ਨਾਂ ਤੇ ਜਿੱਤੀਆਂ ਗਈਆਂ, ਪਰ ਸਿੱਟਾ ਕੁਝ ਵੀ ਨਹੀਂ ਨਿਕਲਿਆ, ਜਾਂ ਕਹਿ ਸਕਦੇ ਹਾਂ ਕਿ ਨਤੀਜਾ ਜ਼ੀਰੋ ਹੈ। ਕਿਉਂਕਿ ਜੇ ਨਤੀਜਾ ਹੁੰਦਾ ਤਾਂ ਮੋਰਿੰਡਾ ਦੇ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਬੇਅਦਬੀ ਕਰਨ ਦੀ ਇਹ ਜਿਹੜਾ ਜਸਬੀਰ ਜੱਸੀ ਹੈ ਉਹ ਜੁਰਤ ਨਾ ਕਰਦਾ। ਪਰ ਸੱਚ ਹੈ ਕਿ ਪੰਜਾਬ ਦੇ ਵਿੱਚ ਬੇਅਦਬੀਆਂ ਦੀ ਲੰਬੀ ਚੌੜੀ ਲਿਸਟ ਹੈ ਜਿਸ ਨੇ ਲੋਕਾਂ ਦੀ ਕਾਨੂੰਨ ਤੇ ਸਰਕਾਰਾਂ ਦੇ ਉੱਤੇ ਬੇਭਰੋਸਗੀ ਵਧਾਈ ਹੈ। ਬੇਅਦਬੀਆਂ ਤਾਂ ਪੰਜਾਬ ਦੇ ਲਈ ਬਹੁਤ ਹੀ ਗੰਭੀਰ ਮੁੱਦਾ ਹੈ। ਮੁੱਖ ਮੰਤਰੀ ਮਾਨ ਸਮੇਤ ਪੁਰਾਣੀਆਂ ਸਰਕਾਰਾਂ ਵੀ ਇਸ ਤੇ ਉਮਰ ਕੈਦ ਦੀ ਸਜ਼ਾ ਵਾਲੇ ਕਾਨੂੰਨ ਦੀ ਮੰਗ ਨੂੰ ਦਿੱਲੀ ਦਰਬਾਰ ਵਿੱਚ ਜਾ ਕੇ ਰੱਖ ਚੁੱਕੀਆਂ ਨੇ, ਪਰ ਸ਼ਾਇਦ ਆਪ ਇਹ ਨਹੀਂ ਸਮਝ ਪਾ ਰਹੀਆਂ ਕਿ ਉਹਨਾਂ ਨੇ ਜੇ 37 ਸਾਲ ਪਹਿਲਾਂ ਨਕੋਦਰ ਬੇਅਦਬੀ ਕਾਂਡ ਦਾ ਇਨਸਾਫ ਦਿੱਤਾ ਹੁੰਦਾ ਤਾਂ ਅੱਜ ਇਹ ਹਾਲਾਤ ਨਾ ਹੁੰਦੇ। ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਫਿਰ ਕਿਸੇ ਹੋਰ ਧਰਮ ਗ੍ਰੰਥ ਦੀ ਬੇਅਦਬੀ ਕਰ ਦਿੰਦਾ। ਤਫਸੀਲ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਅੱਜ ਤੱਕ ਪੰਜਾਬ ਦੀ ਧਰਤੀ ਤੇ ਇਹ ਗੁਨਾਹ ਕਿੰਨੀ ਵਾਰੀ ਵਾਪਰਿਆ। ਸਭ ਤੋਂ ਪਹਿਲਾਂ ਨਕੋਦਰ ਬੇਅਦਬੀ ਕਾਂਡ ਦੀ ਗੱਲ ਕਰਾਂਗੇ। 4 ਫਰਵਰੀ 1986 ਦੇ ਵਿੱਚ ਤਤਕਾਲੀ ਅਕਾਲੀ ਦਲ ਦੀ ਸੁਰਜੀਤ ਸਿੰਘ ਬਰਨਾਲਾ ਸਰਕਾਰ ਵੇਲੇ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਤੱਕ ਰੋਸ ਮਾਰਚ ਕੱਢਿਆ ਸੀ, ਪਰ ਪੁਲਿਸ ਅਫਸਰਾਂ ਨੇ ਸ਼ਾਂਤਮਈ ਰੋਸ ਮਾਰਚ ਤੇ ਗੋਲੀਆਂ ਚਲਾਉਣ ਦਾ ਆਰਡਰ ਦੇ ਦਿੱਤਾ, ਜਿਸ ਵਿੱਚ 4 ਸਿੱਖ ਵਿਦਿਆਰਥੀਆਂ ਦੀ ਮੌਤ ਹੋ ਗਈ। ਰਵਿੰਦਰ ਸਿੰਘ ਲਿਤਰਾ, ਬਲਤੀਰ ਸਿੰਘ
ਰਾਮਗੜ੍ਹ, ਝਿਲਮਣ ਸਿੰਘ ਗੌਰਸੀਆਂ ਤੇ ਹਰਮਿੰਦਰ ਸਿੰਘ ਰਾਏਪੁਰ। ਤਤਕਾਲੀ ਸੀਐਮ ਸੁਰਜੀਤ ਸਿੰਘ ਬਰਨਾਲਾ ਨੇ ਜਸਟਿਸ ਗੁਰਨਾਮ ਸਿੰਘ ਅਧੀਨ ਜਾਂਚ ਕਮਿਸ਼ਨ ਬਣਾਇਆ, ਪਰ ਇਸ ਕਮਿਸ਼ਨ ਦੀ ਰਿਪੋਰਟ ਖੁੱਲਣ ਨੂੰ 32 ਸਾਲ ਲੱਗ ਗਏ। ਇਨਸਾਫ ਦੀ ਉਮੀਦ ਤਾਂ ਛੱਡ ਦਿਓ, ਪੀੜਤਾਂ ਦੇ ਜ਼ਖਮਾਂ ਤੇ ਉੱਤੋਂ ਲੂਣ ਛਿੜਕਿਆ ਗਿਆ। ਰਿਪੋਰਟ ਨਸ਼ਰ ਹੋਈ ਤਾਂ ਪਤਾ ਲੱਗਿਆ ਕਿ ਉਸ ਵੇਲੇ ਦੇ ਐਸਪੀ ਆਪਰੇਸ਼ਨਲ AK ਸ਼ਰਮਾ ਨੇ ਭੀੜ ਤੇ ਗੋਲੀ ਚਲਾਉਣ ਦੇ ਲਈ ਜ਼ਿਲ੍ਹਾ ਮੈਜਿਸਟ੍ਰੇਟ ਦਰਬਾਰਾ ਸਿੰਘ ਗੁਰੂ ਤੋਂ ਲੋੜੀਂਦੀ ਆਗਿਆ ਵੀ ਨਹੀਂ ਮੰਗੀ ਸੀ। ਉਸ ਸਮੇਂ ਜਲੰਧਰ ਦੇ SSP ਮੁਹੰਮਦ ਇਜ਼ਹਾਰ ਆਲਮ ਦਾ ਵੀ ਅਹਿਮ ਰੋਲ ਸਾਹਮਣੇ ਆਇਆ ਸੀ, ਪਰ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਸਗੋਂ ਦਰਬਾਰਾ ਸਿੰਘ ਗੁਰੂ ਤਾਂ 2007 ਤੋਂ ਲੈ ਕੇ 12 ਤੱਕ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਕੱਤਰ ਰਹੇ। ਇਜ਼ਹਾਰ ਆਲਮ ਬਾਦਲ ਸਰਕਾਰ ਦੇ ਵਿੱਚ DGP ਤੱਕ ਬਣੇ। ਦਰਬਾਰਾ ਸਿੰਘ ਗੁਰੂ ਨੂੰ ਤਾਂ ਬਾਦਲ ਸਰਕਾਰ ਨੇ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਭਦੌੜ ਤੋਂ 2 ਵਾਰੀ ਚੋਣ ਤੱਕ ਲੜਾਈ, ਜਦਕਿ ਸਾਬਕਾ DGP ਇਜ਼ਹਾਰ ਆਲਮ ਦੀ ਪਤਨੀ ਨੂੰ ਵੀ ਅਕਾਲੀ ਦਲ ਨੇ ਮਲੇਰ ਕੋਟਲਾ ਤੋਂ ਟਿਕਟ ਦਿੱਤੀ ਤੇ ਉਹ ਜਿੱਤੀ ਵੀ। ਪੀੜਿਤ ਪਰਿਵਾਰਾਂ ਦੇ ਲਈ ਨਕੋਦਰ ਕਾਂਡ ਦੇ ਅਫਸਰਾਂ ਤੇ ਮਿਹਰਬਾਨੀ ਕਿਸੇ ਨਮੋਸ਼ੀ ਤੋਂ ਘੱਟ ਨਹੀਂ ਸੀ। ਅਕਾਲੀ ਦਲ ਨੇ ਇਨਸਾਫ ਨਹੀਂ ਦਿੱਤਾ ਤਾਂ ਮੌਜੂਦਾ ਸਰਕਾਰ ਵੀ ਸਵਾਲਾਂ ਦੇ ਘੇਰੇ ਵਿੱਚ ਰਹੀ। 37 ਸਾਲਾਂ ਬਾਅਦ 4 ਫਰਵਰੀ ਨੂੰ ਨਕੋਦਰ ਦੇ ਪੀੜਤਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨਸਾਫ ਦੇ ਲਈ ਚਿੱਠੀ ਲਿਖੀ ਹੈ, ਪਰ ਉਹਨਾਂ ਦਾ ਵੀ ਹਾਲੇ ਕੋਈ ਜਵਾਬ ਨਹੀਂ ਆਇਆ। ਖਾੜਕੂਬਾਦ ਵੇਲੇ ਵੀ ਬੇਅਦਬੀਆਂ ਪੰਜਾਬ ਦੇ ਵਿੱਚ ਹੋਈਆਂ। ਨਕੋਦਰ ਬੇਅਦਬੀ ਘਟਨਾ ਦੇ ਵਿੱਚ ਜੋ ਸਰਕਾਰ ਵੱਲੋਂ ਇਨਸਾਫ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਤਾਂ ਖਾੜਕੂਬਾਦ ਦੇ ਦੌਰ ਦੌਰਾਨ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਪਰ ਸਾਰਿਆਂ ਤੇ ਸਿਆਸੀ ਲੀਡਰ ਆਪੋ ਆਪਣੇ ਹਿਸਾਬ ਦੇ ਨਾਲ ਜਾਂਚ ਦੇ ਜ਼ਰੀਏ ਪਰਦੇ ਪਾਉਂਦੇ ਰਹੇ। ਉਸ ਤੋਂ ਬਾਅਦ ਗੱਲ ਕਰ ਲਈਏ 2015 ਦੇ ਵਿੱਚ ਵਾਪਰੇ ਫਰੀਦਕੋਟ ਬੇਅਦਬੀ ਕਾਂਡ ਦੀ। 2015 ਦੇ ਵਿੱਚ ਬਰਗਾੜੀ ਬੇਅਦਬੀ ਘਟਨਾ ਨੇ ਲੋਕਾਂ ਦੇ ਦਿਲਾਂ ਨੂੰ ਇੱਕ ਵਾਰੀ ਫੇਰ ਚੀਰ ਕੇ ਰੱਖ ਦਿੱਤਾ, ਮਨਾਂ ਦੇ ਵਿੱਚ ਗੁੱਸਾ ਭਰ ਦਿੱਤਾ। ਸਿੱਖ ਸੰਗਤ ਮੁੜ ਤੋਂ ਸੜਕਾਂ ਤੇ ਉਤਰੀ। ਅੰਜਾਮ ਨਕੋਦਰ ਕਾਂਡ ਵਰਗਾ ਹੀ ਹੋਇਆ। ਕੋਟਕਪੂਰਾ ਦੇ ਬਾਈਬਲ ਕਲਾਂ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ਤੇ ਗੋਲੀਆਂ ਚਲਾਈਆਂ ਗਈਆਂ, 2 ਸਿੱਖ ਸ਼ਹੀਦ ਹੋਏ ਤੇ ਕਈ ਜ਼ਖਮੀ ਹੋਏ। ਹੈਰਾਨੀ ਦੀ ਗੱਲ ਇਹ ਹੈ ਕਿ ਨਕੋਦਰ ਕਾਂਡ ਵਾਂਗ ਬਰਗਾੜੀ ਬੇਅਦਬੀ ਤੇ ਗੋਲੀ ਕਾਂਡ ਦੀ ਘਟਨਾ ਵੀ ਅਕਾਲੀ ਦਲ ਦੀ ਸਰਕਾਰ ਦੇ ਰਾਜ ਵੇਲੇ ਵਾਪਰੀ, ਜੋ ਆਪਣੇ ਆਪ ਨੂੰ ਪੰਥਕ ਸਰਕਾਰ ਦਾ ਤਗਮਾ ਦਿੰਦੇ ਨਹੀਂ ਥੱਕਦੇ। ਸੱਤਾ ਦਾ ਜ਼ੋਰ ਇੰਨਾ ਸੀ ਕਿ SGPC ਵੀ ਚੁੱਪ ਰਹੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਮੂੰਹ ਵੀ ਸਿਉਂਤੇ ਰਹੇ। ਸਿਰਫ ਨਿੰਦਾ ਕਰਦੇ ਹਾਂ ਕਹਿ ਕੇ ਇਹਨਾਂ ਨੇ ਆਪਣਾ ਕੰਮ ਸਾਰਿਆ। ਹਾਂ, ਹਰੇਕ ਗੁਰੂ ਘਰ ਦੇ ਵਿੱਚ CCTV ਜ਼ਰੂਰ ਲਗਵਾ ਦਿੱਤੇ। ਨਤੀਜਾ ਇਹ ਹੋਇਆ ਕਿ ਪੂਰਾ ਪੰਜਾਬ ਬੇਅਦਬੀ ਦੇ ਖਿਲਾਫ ਖੜਾ ਹੋ ਗਿਆ। ਵਿਦੇਸ਼ਾਂ ਦੇ ਵਿੱਚ ਵੀ ਸਿੱਖ ਕੌਮ ਨੇ ਇਸ ਬੇਅਦਬੀ ਦੇ ਖਿਲਾਫ ਰੋਸ ਮੁਜ਼ਾਹਰੇ ਕੀਤੇ, ਪਰ ਨਤੀਜਾ ਇੱਥੇ ਵੀ ਉਹੀ। 8 ਸਾਲਾਂ ਦੇ ਵਿੱਚ 2 ਕਮਿਸ਼ਨ ਬਣੇ, 3 ਸਿੱਟਾਂ ਬਣੀਆਂ, CBI ਤੱਕ ਨੂੰ ਕੇਸ ਸੌਂਪਿਆ ਗਿਆ। ਇਨਸਾਫ ਦੇ ਨਾਂ ਤੇ ਸਿਰਫ ਚਾਰਜਸ਼ੀਟ ਤੇ ਸਪਲੀਮੈਂਟਰੀ ਚਾਰਜਸ਼ੀਟ ਦਾ ਲੋਲੀਪੌਪ ਦਿੱਤਾ ਗਿਆ। ਇਨਸਾਫ ਦਾ ਭੋਰਾ ਨਹੀਂ ਮਿਲਿਆ, ਪਰ ਇੰਨਾ ਜ਼ਰੂਰ ਹੋਇਆ ਕਿ ਸਿਆਸਤਦਾਨਾਂ ਨੇ ਬੇਅਦਬੀ ਨੂੰ ਖੂਬ ਕੈਸ਼ ਕੀਤਾ। ਤਤਕਾਲੀ ਸਰਕਾਰ ਨੂੰ ਲੋਕਾਂ ਨੇ ਵੋਟਾਂ 'ਚ ਹਰਾ ਕੇ ਬੇਅਦਬੀ ਦਾ ਖੁਦ ਇਨਸਾਫ ਤਾਂ ਜ਼ਰੂਰ ਕੀਤਾ, ਫਿਰ ਸ਼ਾਇਦ ਕੁਦਰਤ ਨੇ ਵੀ ਕੀਤਾ, ਕਿਉਂਕਿ ਜਿਨ੍ਹਾਂ ਦੀ 2015 ਦੇ ਵਿੱਚ ਸਰਕਾਰ ਹੁੰਦੀ ਸੀ ਉਹਨਾਂ ਦੇ ਅੱਜ ਪੰਜਾਬ ਦੇ ਵਿੱਚ ਸਿਰਫ 3 ਵਿਧਾਇਕ ਹੀ ਜੇਤੂ ਨੇ। ਵੱਡੇ ਦਿੱਗਜ ਸਾਰੇ ਹਰਾ ਕੇ ਰੱਖ ਦਿੱਤੇ। 8 ਸਾਲਾਂ ਦੇ ਵਿੱਚ ਦੂਜੀਆਂ 2 ਪਾਰਟੀਆਂ ਨੇ ਵੀ ਇਸੇ ਮੁੱਦੇ ਤੇ ਸਿਆਸਤ ਕਰਕੇ ਸਰਕਾਰਾਂ ਬਣਾ ਲਈਆਂ, ਸਿੱਟਾਂ ਬਣਾ ਦਿੱਤੀਆਂ, ਪਰ ਇਨਸਾਫ ਨਹੀਂ ਮਿਲਿਆ। ਇੱਥੇ ਸਵਾਲ ਉੱਠਦਾ ਹੈ ਕਿ ਆਖਿਰਕਾਰ ਧਾਰਮਿਕ ਲੀਡਰ ਵੀ ਕਿਉਂ ਲੁਕੇ ਰਹਿੰਦੇ ਨੇ। SGPC ਅਤੇ ਜਥੇਦਾਰ ਸਾਹਿਬ ਦਾ ਰੋਲ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਨਾ ਤਾਂ ਦੋਵਾਂ ਨੇ ਬਰਗਾੜੀ ਬੇਅਦਬੀ ਵੇਲੇ ਪੰਥ ਦੀ ਅਗਵਾਈ ਕੀਤੀ ਤੇ ਨਾ ਹੀ ਮੋਰਿੰਡਾ ਕਾਂਡ ਵੇਲੇ ਕੋਈ ਸੰਗਤ ਦੇ ਨਾਲ ਖੜਾ ਹੋਇਆ ਨਜ਼ਰ ਆਇਆ। ਹਾਂ, ਬਿਆਨ ਜ਼ਰੂਰ ਦੇ ਦਿੱਤੇ ਨੇ, SGPC ਪ੍ਰਧਾਨ ਨੇ ਵੀ ਦੇ ਦਿੱਤਾ ਹੈ, ਪ੍ਰੈਸ ਬਿਆਨ ਜਾਰੀ ਕਰ ਦਿੱਤਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਮੂਹਰੇ ਆ ਕੇ ਬੋਲੇ ਨੇ। ਬਰਗਾੜੀ ਤੋਂ ਬਾਅਦ ਮੋਗਾ ਬੇਅਦਬੀ ਦੀ ਘਟਨਾ ਦਾ ਅੰਤ ਵੀ ਇਸੇ ਤਰ੍ਹਾਂ ਹੋਇਆ। ਮੁਲਜ਼ਮ ਪਿੰਡ ਮੋਠਾਂ ਵਾਲੀ ਦੇ ਗੁਰਦੁਆਰਾ ਸੱਪ ਸਾਹਿਬ ਪਹੁੰਚਿਆ ਤੇ ਸੁਖਮਨੀ ਸਾਹਿਬ ਦੇ ਪੱਤਰੇ 3-4 ਥਾਵਾਂ ਤੇ ਬਿਖਰੇ ਹੋਏ ਮਿਲੇ। ਦੋਸ਼ੀਆਂ ਨੂੰ ਹੁਣ ਤੱਕ ਨਹੀਂ ਫੜਿਆ ਗਿਆ। ਇਹਨਾਂ ਸਾਰੀਆਂ ਘਟਨਾਵਾਂ ਦਾ ਨਤੀਜਾ ਹੀ ਸੀ ਕਿ ਸਿੰਘ ਸਭਾ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਮੁਲਜ਼ਮਾਂ ਦੇ ਹੌਸਲੇ ਤਾਂ ਇੰਨੇ ਬੁਲੰਦ ਹੋ ਗਏ ਕਿ ਉਹਨਾਂ ਨੇ ਤਖਤਾਂ ਤੇ ਵੀ ਪਹੁੰਚ ਕਰਨ ਦੀ ਹਿੰਮਤ ਦਿਖਾਈ। ਸਿੱਖ ਕੌਮ ਦੇ ਲਈ 13 ਸਤੰਬਰ 2021 ਦਾ ਦਿਨ ਬੜਾ ਮਨਹੂਸ ਦਿਨ ਸੀ, ਕਿਉਂਕਿ ਨਫ਼ਰਤ ਭਰੇ ਲੋਕ ਤਖਤਾਂ ਤੱਕ ਵੀ ਪਹੁੰਚ ਗਏ। ਇਸ ਦਿਨ ਅੰਮ੍ਰਿਤ ਵੇਲੇ ਸਵੇਰੇ 4 ਵਜੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਸ਼ਰੇਆਮ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਕ ਵਿਅਕਤੀ ਤਕਰੀਬਨ 1 ਘੰਟੇ ਤੋਂ ਦਰਬਾਰ ਸਾਹਿਬ ਦੇ ਅੰਦਰ ਬੈਠਾ ਸੀ, ਇੱਕਦਮ ਉੱਠਿਆ, ਸ਼ਰੇਆਮ ਬੀੜੀ ਪੀਤੀ ਅਤੇ ਉਸ ਦਾ ਧੂੰਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਸੁੱਟਿਆ। ਇਹ ਘਟਨਾ ਨਾਕਾਬਲੇ ਬਰਦਾਸ਼ਤ ਸੀ, ਦਿਲਾਂ ਨੂੰ ਹਿਲਾ ਦੇਣ ਵਾਲੀ ਸੀ। ਤਖਤ ਸਾਹਿਬ ਦੇ ਅੰਦਰ ਅਜਿਹੀ ਘਟਨਾ ਵਾਪਰਨਾ ਕਿਸੇ ਸਾਜ਼ਿਸ਼ ਤੋਂ ਘੱਟ ਨਹੀਂ ਸੀ। ਮੁਲਜ਼ਮ ਨੂੰ ਸੇਵਾਦਾਰਾਂ ਤੇ ਸੰਗਤ ਨੇ ਦਬੋਚਿਆ, ਉਸੇ ਵੇਲੇ ਪੁਲਿਸ ਦੇ ਹਵਾਲੇ ਕਰ ਦਿੱਤਾ, ਪਰ ਪੁਲਿਸ ਨੇ ਅੱਜ ਤੱਕ ਘਟਨਾ ਦੇ ਵਿੱਚ ਕੋਈ ਮਿਸਾਲੀ ਇਨਸਾਫ ਨਹੀਂ ਕੀਤਾ। ਹਾਲਾਂਕਿ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਧਾਰਾ 295 ਇਹ ਵੀ ਲਾਈ ਗਈ, ਪਰ ਮੁਲਜ਼ਮ ਦਾ ਕੀ ਬਣਿਆ ਇਸ ਬਾਰੇ ਕੁਝ ਨਹੀਂ ਪਤਾ। ਉਸ ਵੇਲੇ SGPC ਦੇ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਤੋਂ ਲੈ ਕੇ ਜਥੇਦਾਰਾਂ ਨੇ ਵੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਜੇ ਇੰਨੇ ਦਿਨਾਂ ਦੇ ਵਿੱਚ ਕਾਰਵਾਈ ਨਾ ਹੋਈ ਤਾਂ ਫੈਸਲਾ ਪੰਥ ਖੁਦ ਕਰੂਗਾ। ਪਰ ਅਲਟੀਮੇਟਮ ਵੀ ਲੰਘ ਗਿਆ, ਕੋਈ ਪੰਥ ਨੇ ਫੈਸਲਾ ਨਹੀਂ ਕੀਤਾ, ਪੁਲਿਸ ਨੇ ਤਾਂ ਕਰਨਾ ਹੀ ਕੀ ਸੀ। ਮੁਲਜ਼ਮ ਖਿਲਾਫ ਸਖਤ ਤੋਂ ਸਖਤ ਧਾਰਾਵਾਂ ਅਧੀਨ ਮਾਮਲਾ ਤਾਂ ਦਰਜ ਹੋਇਆ, ਪਰ ਹਾਲੇ ਤੱਕ ਇਹ ਨਹੀਂ ਪਤਾ ਕਿ ਉਸ ਕੇਸ ਦਾ ਕੀ ਬਣਿਆ। ਮੁਲਜ਼ਮ ਨੇ ਹਰਕਤ ਕਿਉਂ ਕੀਤੀ ਸੀ, ਕਿਸ ਦੇ ਇਸ਼ਾਰੇ ਤੇ ਕੀਤੀ ਸੀ, ਮਾਸਟਰਮਾਈਂਡ ਕੌਣ ਹੈ, ਇਸ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ। ਮੁਲਜ਼ਮ ਦਾ ਪਿਛੋਕੜ ਰਾਮ ਰਹੀਮ ਦੇ ਡੇਰੇ ਸਿਰਸਾ ਨਾਲ ਹੋਣ ਦਾ ਖੁਲਾਸਾ ਹੋ ਗਿਆ ਸੀ।
ਪਰ ਕੇਸ ਦਾ ਹੁਣ ਤੱਕ ਕੀ ਬਣਿਆ, ਕਮੇਟੀ ਨੂੰ ਕੁਝ ਨਹੀਂ ਪਤਾ। ਜੇ ਇਨਸਾਫ ਦੇਣ ਵਾਲਿਆਂ ਦੇ ਵਿੱਚ ਗੰਭੀਰਤਾ ਹੁੰਦੀ ਤਾਂ ਮੁਲਜ਼ਮ ਦੇ ਖਿਲਾਫ ਵੱਡੇ ਤੋਂ ਵੱਡੇ ਵਕੀਲ ਕਰਕੇ ਸਜ਼ਾ ਦਿਵਾਈ ਹੁੰਦੀ, ਪਰ ਅਜਿਹਾ ਕੁਝ ਨਹੀਂ ਕੀਤਾ ਗਿਆ, ਕਿਉਂਕਿ ਜੇ ਕੀਤਾ ਹੁੰਦਾ ਤਾਂ 18 ਦਸੰਬਰ 2021 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਨਹੀਂ ਵਾਪਰਨੀ ਸੀ, ਜਦੋਂ ਸਿੱਖਾਂ ਨੇ ਦੋਸ਼ੀ ਨੂੰ ਖੁਦ ਸੌਦਾ ਲਾਇਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੰਦਰ ਬੀੜੀ ਸਾੜਨ ਦੀ ਘਟਨਾ ਤੋਂ 3 ਮਹੀਨੇ ਬਾਅਦ 18 ਦਸੰਬਰ 2021 ਨੂੰ ਰਹਿਰਾ ਸਾਹਿਬ ਦੇ ਪਾਠ ਵੇਲੇ ਜੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹੋਇਆ, ਉਸ ਨੂੰ ਪੂਰੀ ਦੁਨੀਆ ਨੇ ਦੇਖਿਆ। ਹਰ ਇੱਕ ਗੁਰੂ ਨਾਨਕ ਨਾਮ ਲੈਵਾ ਸਿੱਖ ਦਾ ਹਿਰਦਾ ਦੁਖੀ ਹੋਇਆ। ਇੱਕ ਸ਼ਖਸ ਜੰਗਲਾ ਟੱਪ ਕੇ ਤਾਬਿਆਂ ਵਾਲੀ ਥਾਂ ਤੇ ਪਹੁੰਚਿਆ, ਕਿਰਪਾਨ ਫੜ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਲੱਗਿਆ, ਪਰ ਮੌਕੇ ਤੇ ਮੌਜੂਦ ਸੇਵਾਦਾਰ ਉਸ ਨੂੰ ਘੇਰਾ ਪਾ ਕੇ ਬਾਹਰ ਲੈ ਗਏ ਤੇ ਫਿਰ ਗੁੱਸੇ ਦੇ ਵਿੱਚ ਸੰਗਤ ਉਸ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਦਿੰਦੀ ਹੈ। ਬੇਅਦਬੀ ਦੇ ਮਾਮਲੇ ਦੇ ਵਿੱਚ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦਾ ਸ਼ਾਇਦ ਇਹ ਪਹਿਲਾ ਮਾਮਲਾ ਸੀ, ਪਰ ਸਿੱਖ ਕੌਮ ਨੇ ਕਿਹਾ ਕਿ ਗੁੱਸਾ ਸੀ 37 ਸਾਲ ਦੀ ਬੇਇਨਸਾਫੀ ਦਾ ਗੁੱਸਾ, ਜੋ ਨਕੋਦਰ ਬੇਅਦਬੀ ਕਾਂਡ ਤੋਂ ਸ਼ੁਰੂ ਹੋਈ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਪੁਲਿਸ ਹਾਲੇ ਤੱਕ ਗੁਨਾਹਗਾਰ ਦੀ ਪਛਾਣ ਕਰਨ ਦੇ ਵਿੱਚ ਅਸਫਲ ਰਹੀ। ਉਹ ਹੁਣ ਤੱਕ ਇਹ ਨਹੀਂ ਪਤਾ ਲਗਾ ਸਕੀ ਕਿ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਕਰਨ ਦੀ ਹਿੰਮਤ ਕਰਨ ਵਾਲਾ ਇਹ ਸ਼ਖਸ ਕੌਣ ਸੀ, ਕਿੱਥੋਂ ਆਇਆ ਸੀ, ਕੀ ਉਸ ਦੀ ਪਛਾਣ ਸੀ, ਇਸ ਦਾ ਸੂਤਰਧਾਰ ਕੌਣ ਸੀ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ, ਜਾਂ ਕਹਿ ਸਕਦੇ ਹਾਂ ਕਿ ਪੁਲਿਸ ਨੇ ਇਸ ਬਾਰੇ ਦੱਸਿਆ ਹੀ ਨਹੀਂ। ਇੱਥੇ ਫੇਰ ਸਵਾਲ ਐਸਜੀਪੀਸੀ ਅਤੇ ਜਥੇਦਾਰ ਸਹਿਬਾਨਾਂ ਤੇ ਉੱਠਦੇ ਨੇ ਕਿ ਉਹਨਾਂ ਨੇ ਕਿਵੇਂ ਮੰਨ ਲਿਆ ਕਿ ਬੇਅਦਬੀ ਕਰਨ ਵਾਲੇ ਨੂੰ ਮਾਰਨ ਤੋਂ ਬਾਅਦ ਅਜਿਹੀਆਂ ਵਾਰਦਾਤਾਂ ਫਿਰ ਕਦੇ ਨਹੀਂ ਹੋਣਗੀਆਂ। ਉਹਨਾਂ ਨੇ ਮਾਮਲੇ ਦੀ ਗਹਿਰਾਈ ਤੱਕ ਜਾਣ ਦੇ ਲਈ ਕਾਨੂੰਨੀ ਤੌਰ ਤੇ ਸਰਕਾਰ ਅਤੇ ਪੁਲਿਸ ਤੋਂ ਜਵਾਬ ਤਲਬੀ ਕਿਉਂ ਨਹੀਂ ਕੀਤੀ। ਸਰਕਾਰ ਅਤੇ ਸਿੱਖ ਜਥੇਬੰਦੀਆਂ ਦੀ ਇਸੇ ਸੋਚ ਨੇ ਵੀ ਪੰਜਾਬ ਨੂੰ ਬੇਅਦਬੀ ਦੀਆਂ ਘਟਨਾਵਾਂ ਵਰਗਾ ਹਥਿਆਰ ਦਿੱਤਾ ਹੈ। ਜਦੋਂ ਜਿਹਦਾ ਜੀ ਕਰਦਾ ਹੈ ਬੇਅਦਬੀ ਕਰਕੇ ਤੁਰ ਜਾਂਦਾ ਹੈ, ਆਪੋ ਆਪਣੀ ਸਿਆਸਤ ਜਿਹਨੇ ਕਰਨੀ ਹੁੰਦੀ ਹੈ ਇਸ ਮਾਮਲੇ ਤੇ ਕਰਦਾ ਹੈ ਤੇ ਇਨਸਾਫ ਨਹੀਂ ਮਿਲਦਾ। ਹਾਲਾਂਕਿ ਆਪਾਂ ਜ਼ਰੂਰ ਉਹ ਗੱਲ ਵੀ ਕਰਾਂਗੇ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੀ ਕੁਝ ਕੀਤਾ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ। ਇਸ ਖਾਸ ਕੜੀ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ 1986 ਤੋਂ ਚੱਲ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਮੇਂ ਦੀਆਂ ਸਰਕਾਰਾਂ ਨੇ ਕੀ ਕੁਝ ਕੀਤਾ ਵੀ ਜਾਂ ਫਿਰ ਸਿਰਫ ਰੌਲਾ ਪਾਇਆ, ਸਿਆਸਤ ਕੀਤੀ। ਬਾਦਲ ਸਰਕਾਰ ਨੇ ਬੇਅਦਬੀ ਦੇ ਖਿਲਾਫ ਕਾਨੂੰਨ ਬਣਾਇਆ ਸੀ। 21 ਮਾਰਚ 2016 ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਦੀ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਪੰਜਾਬ ਅਮੈਂਡਮੈਂਟ ਬਿੱਲ ਪਾਸ ਕਰਕੇ ਕੇਂਦਰ ਨੂੰ ਭੇਜਿਆ, ਜਿਸ ਦੇ ਮੁਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ, ਜਦਕਿ ਇਸ ਤੋਂ ਪਹਿਲਾਂ ਬੇਅਦਬੀ ਕਰਨ ਵਾਲੇ ਨੂੰ 15 ਦਿਨਾਂ ਦੇ ਵਿੱਚ ਜ਼ਮਾਨਤ ਵੀ ਮਿਲ ਜਾਂਦੀ ਹੈ। ਆਈਪੀਸੀ ਦੀ ਧਾਰਾ 295 ਏ ਦੇ ਤਹਿਤ ਸਿਰਫ 3 ਸਾਲ ਦੀ ਸਜ਼ਾ ਮਿਲਦੀ ਹੈ ਵੱਧ ਤੋਂ ਵੱਧ। ਪਰ ਕੇਂਦਰ ਸਰਕਾਰ ਨੇ ਇਸ ਕਾਨੂੰਨ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਸੀ ਕਿ ਇਹਦੇ ਵਿੱਚ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਜ਼ਿਕਰ ਹੈ, ਹੋਰ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਕਿਉਂ ਨਹੀਂ। ਇਸ ਤੋਂ ਬਾਅਦ ਫਿਰ ਜਦੋਂ ਕੈਪਟਨ ਸਰਕਾਰ ਵਜ਼ਾਰਤ ਦੇ ਵਿੱਚ ਆਈ ਤਾਂ ਉਹਨਾਂ ਨੇ ਇਹਦੇ ਵਿੱਚ ਸੋਧ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਹੋਰ ਧਾਰਮਿਕ ਗ੍ਰੰਥਾਂ ਨੂੰ ਵੀ ਸ਼ਾਮਿਲ ਕੀਤਾ ਅਤੇ ਫਿਰ ਸੈਂਟਰ ਸਰਕਾਰ ਨੂੰ ਇਹ ਜਿਹੜਾ ਬਿੱਲ ਹੈ ਉਹ ਭੇਜਿਆ। ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਪੰਜਾਬ ਸੋਧ ਬਿੱਲ 2018 ਪਾਸ ਕੀਤਾ ਗਿਆ। 2021 ਦੇ ਵਿੱਚ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਤਤਕਾਲੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ 2018 ਦੇ ਵਿੱਚ ਬੇਅਦਬੀ ਸੋਧ ਬਿੱਲ ਨੂੰ ਰਾਸ਼ਟਰਪਤੀ ਕੋਲੋਂ ਪਾਸ ਕਰਵਾਉਣ ਦੀ ਅਪੀਲ ਕੀਤੀ। ਰੰਧਾਵਾ ਨੇ ਤਰਕ ਦਿੱਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਗੁਰੂ ਨੇ, ਜੇ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਦੀ ਸਜ਼ਾ ਕਤਲ ਦੇ ਬਰਾਬਰ ਹੁੰਦੀ ਹੈ। ਸਿਰਫ ਇੰਨਾ ਹੀ ਨਹੀਂ, ਰੰਧਾਵਾ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਸਾਰੇ ਧਰਮਾਂ ਨੂੰ ਸ਼ਾਮਿਲ ਕਰਨ ਦੀ ਸ਼ਰਤ ਰੱਖੀ ਸੀ, ਉਹ ਵੀ ਅਸੀਂ ਮੰਨ ਲਈ ਹੈ ਤੇ ਹੁਣ ਇਸ ਬੇਅਦਬੀ ਕਾਨੂੰਨ ਨੂੰ ਪਾਸ ਕੀਤਾ ਜਾਵੇ। ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਸੰਬਰ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ। ਬੇਅਦਬੀ ਦੇ ਘਿਨੌਣੇ ਅਪਰਾਧ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਵਾਲੇ ਸੂਬੇ ਦੇ 2 ਮਹੱਤਵਪੂਰਨ ਬਕਾਇਆ ਬਿੱਲਾਂ ਦੇ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਲੈਣ ਵਾਸਤੇ ਭਾਰਤ ਸਰਕਾਰ ਦੇ ਦਖਲ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਸੂਬੇ ਦੇ ਵਿੱਚ ਵੱਡੀ ਚੁਣੌਤੀ ਹੈ। ਮਹਿਸੂਸ ਕੀਤਾ ਗਿਆ ਕਿ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ 295 ਤੇ 295 ਏ ਦੀਆਂ ਮੌਜੂਦਾ ਵਿਵਸਥਾਵਾਂ ਦੇ ਮੁਤਾਬਿਕ ਜਿਹੜੀ ਸਜ਼ਾ ਦਿੱਤੀ ਜਾਂਦੀ ਉਹ ਨਾ ਕਾਫੀ ਹੈ। ਇਸ ਕਰਕੇ ਪੰਜਾਬ ਵਿਧਾਨ ਸਭਾ ਨੇ ਆਈਪੀਸੀ ਪੰਜਾਬ ਸੋਧ ਬਿੱਲ 2018 ਤੇ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਪੰਜਾਬ ਸੋਧ ਬਿੱਲ 2018 ਪਾਸ ਕਰ ਦਿੱਤਾ। ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿਧਾਨ ਸਭਾ ਪਹਿਲਾਂ ਹੀ ਆਈਪੀਸੀ ਪੰਜਾਬ ਸੋਧ ਬਿੱਲ 2018 ਤੇ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਪੰਜਾਬ ਸੋਧ ਬਿੱਲ 2018 ਪਾਸ ਕਰ ਚੁੱਕੀ ਹੈ ਤੇ ਸੋਧ ਸਾਡੇ ਸੰਵਿਧਾਨ ਦੇ ਵਿੱਚ ਦਰਜ ਧਰਮ ਨਿਰਪੱਖਤਾ ਦੇ ਸਿਧਾਂਤਾਂ ਮੁਤਾਬਿਕ ਹੈ। ਪਰ ਹਾਲੇ ਤੱਕ ਇਹ ਬਿੱਲ ਰਾਸ਼ਟਰਪਤੀ ਦੇ ਕੋਲ ਪੈਂਡਿੰਗ ਪਏ ਨੇ, ਲੰਬਿਤ ਪਏ ਨੇ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਵੀ ਕਈ ਵਾਰੀ ਸੰਸਦ ਦੇ ਵਿੱਚ ਇਹ ਮੁੱਦਾ ਚੁੱਕ ਚੁੱਕੇ ਨੇ, ਪਰ ਇਸ ਦੇ ਬਾਵਜੂਦ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਨੇ 5 ਸਾਲ ਬਾਅਦ ਵੀ ਇਸ ਕਾਨੂੰਨ ਤੇ ਕੋਈ ਫੈਸਲਾ ਨਹੀਂ ਲਿਆ ਹੈ, ਜਦਕਿ ਮੌਜੂਦਾ ਜਿਹੜੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ, ਉਸ ਦੇ ਵੱਲੋਂ ਬੜੀ ਵਾਰੀ ਇਸ ਗੱਲ ਦਾ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਰਕਾਰ ਨੇ ਸਿੱਖਾਂ ਦੇ ਲਈ ਕੀ ਕੁਝ ਕੰਮ ਕੀਤੇ ਨੇ। ਪਰ ਇਹ ਸਭ ਤੋਂ ਅਹਿਮ ਕੰਮ ਹੈ, ਇਹ ਸਭ ਤੋਂ ਅਹਿਮ ਹੈ ਸਿੱਖ ਕੌਮ ਦੇ ਲਈ। ਉਹਨਾਂ ਦੇ ਗੁਰੂ ਦੀ ਬੇਅਦਬੀ ਰੁਕਣੀ ਚਾਹੀਦੀ ਹੈ। ਇਹ ਜਿਹੜਾ ਦੁੱਖ ਹੈ ਉਹ ਉਹਨਾਂ ਦੇ ਹਿਰਦਿਆਂ ਤੱਕ ਨਹੀਂ ਪਹੁੰਚਣਾ ਚਾਹੀਦਾ। ਇਹ ਜਿਹੜੀ ਮੁੱਖ ਮੰਗ ਹੈ ਉਹ ਹਾਲੇ ਤੱਕ ਸਰਕਾਰ ਨਹੀਂ ਮੰਨ ਰਹੀ ਤੇ ਪੰਜਾਬ ਸਰਕਾਰ ਵੀ ਬੇਅਦਬੀ ਦੇ ਗੁਨਾਹਗਾਰਾਂ ਦੇ ਲਈ ਸਿਰਫ ਉਮਰ ਕੈਦ ਦੀ ਸਜ਼ਾ ਕੇਂਦਰ ਤੋਂ ਮੰਗ ਕੇ ਪੱਲਾ ਨਹੀਂ ਝਾੜ ਸਕਦੀ। ਸਜ਼ਾ ਸਖਤ ਹੋਣੀ ਚਾਹੀਦੀ ਹੈ। ਮੌਜੂਦਾ ਕਾਨੂੰਨ ਦੇ ਵਿੱਚ ਸਿਰਫ ਬੇਅਦਬੀ ਦੇ ਦੋਸ਼ੀ ਨੂੰ 15 ਦਿਨ ਅੰਦਰ ਜ਼ਮਾਨਤ ਅਤੇ ਦੋਸ਼ ਸਾਬਿਤ ਹੋਣ ਤੇ 3 ਸਾਲ ਦੀ ਸਜ਼ਾ ਦਿੱਤੀ ਜਾਂਦੀ ਹੈ, ਪਰ ਕੀ ਸਿਰਫ ਉਮਰ ਕੈਦ ਦੀ ਸਜ਼ਾ ਬੇਅਦਬੀ ਨੂੰ ਰੋਕ ਸਕੇਗੀ? ਇਹ ਵੀ ਇੱਕ ਵੱਡਾ ਸਵਾਲ ਹੈ। ਅਸਲ ਗੱਲ ਤਾਂ ਇਹ ਹੈ ਕਿ ਇਸ ਕੁਕਰਮ ਦੀ ਜੜ ਲੱਭਣੀ ਪਏਗੀ। ਕੌਣ ਨੇ ਉਹ ਲੋਕ ਜਿਹੜੇ ਪਹਿਲਾਂ ਬੇਅਦਬੀ ਦੇ ਲਈ ਲੋਕਾਂ ਨੂੰ ਭੇਜਦੇ ਨੇ, ਫਿਰ ਕਹਿੰਦੇ ਨੇ ਬੇਅਦਬੀ ਕਰਨ ਵਾਲਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ, ਇਸ ਲਈ ਉਸਨੇ ਅਜਿਹੀ ਹਰਕਤ ਕੀਤੀ। ਇਸ ਤੇ ਅਸੀਂ ਉਹੀ ਸਵਾਲ ਪੁੱਛਾਂਗੇ ਜੋ ਮੈਂ ਸ਼ੁਰੂਆਤ ਦੇ ਵਿੱਚ ਕੀਤੇ ਸਨ ਕਿ ਜਿਹੜੇ ਪਾਗਲ ਹੋ ਜਾਂਦੇ ਨੇ, ਜਿਨ੍ਹਾਂ ਦੇ ਦਿਮਾਗੀ ਹਾਲਤ ਠੀਕ ਨਹੀਂ ਹੁੰਦੀ, ਉਹਨਾਂ ਨੂੰ ਗੁਰੂ ਘਰ ਹੀ ਕਿਉਂ ਦਿਖਦੇ ਨੇ? ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਦਿਖਦੇ ਨੇ? ਆਪਣੇ ਘਰ 'ਚ ਕੋਈ ਕਿਉਂ ਨਹੀਂ ਦਿਖਦਾ? ਜਾਂ ਫਿਰ ਆਪਣੇ ਖੇਤਾਂ ਦੇ ਵਿੱਚ ਜਾਂ ਆਪਣੇ ਕਾਰੋਬਾਰ ਦੇ ਵਿੱਚ ਕਿਉਂ ਨਹੀਂ ਦਿਖਦਾ? ਤੇ ਜੇ ਇਹ ਪਾਗਲ ਹੁੰਦੇ ਨੇ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਇਹਨਾਂ ਨੂੰ ਕਿਉਂ ਨਹੀਂ ਬੰਨ੍ਹ ਕੇ ਰੱਖਦੇ ਜਾਂ ਫਿਰ ਇਹਨਾਂ ਦਾ ਇਲਾਜ ਕਿਉਂ ਨਹੀਂ ਕਰਵਾਉਂਦੇ? ਕਦੇ ਪਾਗਲ ਦਾ ਬਹਾਨਾ ਲਾਇਆ ਜਾਂਦਾ ਹੈ, ਕਦੇ ਘਰੋਂ ਪਰੇਸ਼ਾਨ ਹੋਣ ਦਾ ਤਰਕ ਦੇ ਦਿੱਤਾ ਜਾਂਦਾ ਹੈ ਤੇ ਜਿਵੇਂ ਹੀ ਮਾਮਲਾ ਠੰਡਾ ਹੁੰਦਾ ਹੈ ਮੁਲਜ਼ਮ ਨੂੰ ਛੱਡ ਦਿੱਤਾ ਜਾਂਦਾ ਹੈ। ਮੋਰਿੰਡਾ ਦੇ ਵਿੱਚ ਸਿੱਖ ਸੰਗਤ ਦਾ ਗੁੱਸਾ ਇਸੇ ਢਿੱਲੇ ਰਵੱਈਏ ਨੂੰ ਹੀ ਦਰਸਾ ਰਿਹਾ ਹੈ। ਬੇਅਦਬੀ ਤੇ ਸਰਕਾਰ ਅਤੇ ਸਿੱਖ ਜਥੇਬੰਦੀਆਂ ਨੂੰ ਹੁਣ ਸੰਜੀਦਗੀ ਦੇ ਨਾਲ ਸੋਚਣ ਦੀ ਲੋੜ ਹੈ, ਕਿਉਂਕਿ ਸਵਾਲ ਪੰਜਾਬ ਦੇ ਅਮਨ ਸ਼ਾਂਤੀ ਦਾ ਹੈ। ਇਸੇ ਦਰਮਿਆਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਮੰਗ ਕੀਤੀ ਹੈ ਕਿ ਜਿਹੜਾ ਇਸ ਦੋਸ਼ੀ ਹੈ ਬੇਅਦਬੀ ਦਾ, ਉਸ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਤੇ ਜਿਹੜੀ ਮੋਰਿੰਡਾ ਦੀ ਸਿੱਖ ਸੰਗਤ ਹੈ ਧਰਨੇ ਦੇ ਉੱਤੇ ਬੈਠੀ ਹੋਈ ਹੈ, ਉਹ ਕੀ ਕੁਝ ਕਹਿ ਰਹੀ ਹੈ, ਉਹਨਾਂ ਦੀ ਮੰਗ ਵੀ ਤੁਹਾਨੂੰ ਸੁਣਾ ਦਿੰਨੇ ਆ। ਇਸ ਨੂੰ ਦੇਖ ਕੇ ਮਨ ਨੂੰ ਦੁੱਖ ਲੱਗਿਆ ਤੇ ਮਨ ਵਿੱਚ ਵਿਚਾਰ ਆਇਆ ਵੀ ਇਸ ਪ੍ਰਤੀ ਕੋਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਜਾ ਕੇ ਆਪਣੇ ਐਸਐਸਪੀ ਸਾਹਿਬ ਨੂੰ ਦੱਸਿਆ ਤੇ ਉਹਨਾਂ ਨੇ ਇਸ ਬਾਰੇ ਕਾਰਵਾਈ ਕਰੀ ਹੈ ਜੀ। ਸਾਨੂੰ ਇਹ ਨਹੀਂ ਪਤਾ ਹੈ ਕਿ ਬੰਦਾ ਅਰੈਸਟ ਹੈ ਕਿ ਨਹੀਂ ਅਰੈਸਟ ਹੈ, ਕਿਸੇ ਨੂੰ ਵੀ ਨਹੀਂ ਪਤਾ। ਸੰਗਤ ਜਿੰਨੀ ਵੀ ਬੈਠੀ ਹੈ ਉਹਦੇ ਕਿਸੇ ਸੰਗਤ ਨੂੰ ਨਹੀਂ ਪਤਾ ਵੀ ਬੰਦਾ ਅਰੈਸਟ ਹੈ ਕਿ ਨਹੀਂ ਅਰੈਸਟ ਹੈ। ਤੇ ਕਹਿਣ ਦਾ ਮਤਲਬ ਹੈ ਵੀ ਜੇ ਉਹ ਬੰਦਾ ਅਰੈਸਟ ਹੈ, ਜਿਹੜੇ ਨਾਲ ਦੇ ਬਾਕੀ ਦੇ ਉਹਨਾਂ ਦੇ ਜਿਹੜੇ ਪ੍ਰਧਾਨ ਹੈ ਜਿਨ੍ਹਾਂ ਦਾ ਨਾਮ ਲੈ ਰਹੇ ਆ ਪਰਮਾਤਮਾ ਸਿੰਘ, ਉਹਨਾਂ ਦਾ ਕੋਈ ਵੀ ਰਿਸ਼ਤੇਦਾਰ ਜਾਂ ਕੋਈ ਆਪ ਹੈ ਜਾਂ ਕੋਈ ਹੋਰ ਉੱਥੇ ਗੁਰੂ ਘਰ ਦਾ ਸੇਵਾਦਾਰ ਹੈ, ਉਹਨਾਂ ਨੂੰ ਵੀ ਅਰੈਸਟ ਕਰਨਾ ਚਾਹੀਦਾ। ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ। ਸਾਡੀ ਦੋਸ਼ੀ ਬਰਾਬਰ ਹੈ। ਹਾਂ, ਦੋਸ਼ੀ ਬਰਾਬਰ ਹੈ, ਸਾਡੀ ਇਹੀ ਮੰਗ ਹੈ। ਕੁੱਲ ਦੁਨੀਆ ਦੇ ਹਿਰਦੇ ਵਲੂੰਦਰੇ ਪਏ, ਇਦੋਂ ਪਾਕ ਪਵਿੱਤਰ ਧਰਤੀ ਕੀ ਹੋ ਸਕਦੀ ਹੈ? ਮੈਂ ਸਮਝਦਾ ਜੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਬਾਅਦ ਜੇ ਧਰਤੀ ਆਪਾਂ ਉਸ ਕੁਰਬਾਨੀ ਨਾਲ ਜੋੜ ਕੇ ਦੇਖੀਏ ਤੇ ਇਹ ਧਰਤੀ ਹੈ ਜਿੱਥੇ ਰਾਤ ਕੱਟੀ, ਉਸ ਜੇਲ੍ਹ ਦੇ ਵਿੱਚ, ਉਸ ਕਾਲ ਕੋਠੜੀ ਦੀ ਉਹ ਧਰਤੀ ਹੈ। ਤੇ ਇੱਕ ਖਰਦਮਾਗ ਇੱਕ ਪਾਪੀ ਬੰਦਾ ਆ ਕੇ ਉੱਥੇ ਇੰਨੀਆਂ ਬੇਅਦਬੀਆਂ ਕਰ ਗਿਆ, ਕੁਝ ਕਰ ਗਿਆ। ਤੇ ਇੱਥੇ ਕਿੰਨੇ ਬੰਦੇ ਨੇ ਮੋਰਿੰਡੇ ਦੇ ਇਸ ਵੇਲੇ ਤੁਸੀਂ ਦੇਖੋ। ਕੀ ਅਸੀਂ ਇੱਕ ਦਿਨ ਜੋਗੇ ਹੀ ਆ? ਅਸੀਂ ਕੁਝ ਘੰਟਿਆਂ ਜੋਗੇ ਹੀ ਆ? ਸਾਡੀ ਉਹ ਸੋਚ ਖਤਮ ਹੋ ਗਈ ਆ। ਅਸੀਂ ਗੱਲਾਂ ਤਾਂ ਕਰਦੇ ਸ਼ਹੀਦ ਊਧਮ ਸਿੰਘ ਦੀਆਂ, ਮਾਣ ਉਹਨਾਂ ਤੇ ਹੁੰਦਾ ਵਾ ਕਿ ਉਹ ਸਾਡੇ ਵਰਗਿਆਂ ਤੇ ਜਿਹੜੇ ਇੱਕ ਦਿਨ ਦੇ ਵਿੱਚ ਹੀ ਭੁੱਲ ਜਾਣ ਵੀ ਕੱਲ ਗੁਰੂ ਸਾਹਿਬ ਦੀ ਨਰਾਦਰੀ ਹੋਈ ਹੈ। ਤੇ ਅੱਜ ਆਪਾਂ ਕਿੰਨੇ ਕਾ ਜਿਹੜੇ ਨੌਜਵਾਨ ਵੀਰ ਨੇ ਇਹਨਾਂ ਤੋਂ ਸਵਾਏ ਜਾਂ ਜਿਹੜੀਆਂ ਭੈਣਾਂ ਬੈਠੀਆਂ, ਇਹ ਭੈਣਾਂ ਵੀ ਉਹਨੇ ਦੱਸਣ ਡੀਆਂ ਸੀ, ਕਹਿੰਦੇ ਸਾਨੂੰ ਕਹਿੰਦੇ ਇੱਥੋਂ ਉੱਠ ਜਾਓ। ਅਸੀਂ ਜੋ ਇੱਥੇ ਕੋਤਵਾਲੀ ਸਾਹਿਬ ਬੇਅਦਬੀ ਕੀਤੀ ਦੁਸ਼ਟਾਂ ਨੇ, ਉਹਨਾਂ ਤੇ ਪਰਚੇ ਦਰਜ ਕਰਵਾਏ ਗਏ ਨੇ। ਉਹਨਾਂ ਦਾ ਨਾਮ ਹੈ ਇੱਕ ਜੱਸਾ ਸਿੰਘ, ਬਾਬਾ ਹਰਮੰਦਰ ਸਿੰਘ ਦਾ ਸੇਵਾਦਾਰ ਹੈ ਉਹ ਬੰਦਾ ਹੈ। ਦੂਜਾ ਹੈਗਾ ਪ੍ਰਧਾਨ ਪਰਮਾਤਮਾ ਸਿੰਘ, ਉਸ ਬੰਦੇ ਤੇ ਵੀ ਪਰਚਾ ਦਰਜ ਕਰਵਾਇਆ ਗਿਆ ਹੈ। ਆਸ ਕਰਦੇ ਹਾਂ ਕਿ ਬੇਅਦਬੀ ਦੇ ਮੁੱਦੇ ਦੇ ਉੱਤੇ ਸਰਕਾਰਾਂ ਸੰਜੀਦਾ ਹੋਣਗੀਆਂ, ਧਰਮ ਨੂੰ ਸਿਆਸੀ ਤੌਰ ਤੇ ਨਹੀਂ ਵਰਤਣਗੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਮਰਿਆਦਾ ਹੈ ਉਸ ਨੂੰ ਕਾਇਮ ਰੱਖਣਾ ਜਿਹੜਾ ਉਹਨਾਂ ਦੇ ਲਈ ਅਹਿਮ ਬਣ ਜਾਵੇ, ਇਸ ਦੀ ਜ਼ਰੂਰ ਆਸ ਕਰਦੇ ਹਾਂ। ਤੇ ਇਹ ਜਿਹੜੇ ਕਾਨੂੰਨ, ਜਿਹੜੇ ਬਿੱਲ ਭੇਜੇ ਗਏ ਨੇ ਰਾਸ਼ਟਰਪਤੀ ਤੱਕ, ਉਹਨਾਂ ਤੇ ਮੋਹਰ ਕਦੋਂ ਲੱਗਦੀ ਹੈ, ਕਦੋਂ ਕਾਨੂੰਨ ਬਣਦੇ ਨੇ, ਇਸ ਦੀ ਵੀ ਸਿੱਖ ਭਾਈਚਾਰੇ ਨੂੰ ਉਡੀਕ ਰਹੇਗੀ। ਖਾਸ ਰਿਪੋਰਟ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।